ओशो की पुस्तक एक ओंकार सतनाम का अगला भाग है। आपे जाने आप। एक विग्यानक प्रयोगशाला च एक बहुत अनोखी घटना वापरी। उस प्रयोगशाला च सब तरह के जहर पॉइजन मौजूद सन। उन्हां दा अध्ययन उस प्रयोगशाला का लक्ष्य सी। फिर उस प्रयोगशाला च चूहे बहुत वध गए। उन्हां चूहिਆਂ ਨੂੰ मारन ਦੇ बहुत उपाय ਕੀਤੇ, पर मारना आसान ना होया, क्योंकि ਜਿਹੜਾ भी ਜ਼ਹਿਰ पाया ਜਾਂਦਾ चूहे ਉਹਨੂੰ खाण ਲਈ ਪਹਿਲਾਂ ਤੋਂ ਹੀ ਆਦੀ ਸੀ। चूहे भी इम्यून हो गए सी। प्रयोगशाला च ਜ਼ਹਿਰ ही ਜ਼ਹਿਰ ਸੀ। ਜ਼ਹਿਰ पाया ਜਾਂਦਾ चूहे मरदे ਤਾਂ नहीं, ਜ਼ਹਿਰ खा ਲੈਂਦੇ, ਉਹਨੂੰ ਭੋਜਨ बना ਲੈਂਦੇ। तद किसी ने सलाह ਦਿੱਤੀ कि पुराना ही रस्ता अख्तियार करना ठीक है। चूहे फड़न ਦਾ ਜਿਹੜਾ पुराना तरीका है, चूहे ਦੀ जाली ਉਸੇ 'ਚ ਉਹਨੂੰ ਫਸਾਉਣਾ ठीक होएगा। ਚੂਹਿਆਂ ਦੇ ਪਿੰਜਰੇ ਲਿਆਂਦੇ ਗਏ। ਉਹਨਾਂ 'ਚ ਚੀਜ਼ ਦੇ ਤੇ ਰੋਟੀ ਦੇ ਟੁਕੜੇ ਰੱਖ ਦਿੱਤੇ ਗਏ, ਪਰ ਚੂਹਿਆਂ ਨੇ ਕੋਈ ਧਿਆਨ ਹੀ ਨਾ ਦਿੱਤਾ। ਉਹ ਜ਼ਹਿਰ ਖਾਣ ਦੇ ਇੰਨੀ ਆਦੀ ਹੋ ਗਏ ਸੀ ਕਿ ਰੋਟੀ ਤੇ ਚੀਜ਼ ਉਹਨਾਂ ਨੂੰ ਜਚੀਆਂ ਹੀ ਨਹੀਂ। ਇੱਕ ਵੀ ਚੂਹਾ ਨਾ ਫਸਿਆ। ਤਦ ਕਿਸੇ ਨੇ ਸਲਾਹ ਦਿੱਤੀ ਕਿ ਹੁਣ ਇੱਕ ਹੀ ਉਪਾਅ ਹੈ ਕਿ ਚੀਜ਼ ਤੇ ਰੋਟੀ ਦੇ ਉੱਤੇ ਜ਼ਹਿਰ ਦੀ ਪਰਤ ਲਗਾ ਦਿਓ, ਤਦ ਹੀ ਇਹ ਚੂਹੇ ਜਾਲ 'ਚ ਫਸਣਗੇ। ਇਹੀ ਕੀਤਾ ਗਿਆ। ਰਸਤਾ ਕਾਮਯਾਬ सिद्ध होया। चीज़ ते रोटी दे टुकड़ियां ते जहर लगा दिता गया। जहर दे कारण चूहे जाल दे अंदर गए ते फस गए। कहानी बहुत अजीब लगती है, पर सच है। अजिहा एक प्रयोगशाला विच होया। आदमी की हालत भी करीब करीब इसे तरह की है। मनुख अखरां दा इन्ना आदी हो गया है, जे मौन भी उहनूं समझाउणा होवे तां अखरां विच ही समझाउणा पैंदा है। भोजन देना होवे तां भी ਜ਼ਹਿਰ 'ਚ ਲਪੇਟਣਾ ਪੈਂਦਾ ਹੈ। मौन भी समझाउणा होवे तां शब्दां 'ਚ लपेटना पैंदा है। अनंत वाल इशारा करना होवे तां भी तुच्छ अखरां दी वरतों करनी पैंदी है। शून्य 'ਚ ਲੈ जाना होवे तां भी अखर ही वरतना पैंदा है। सागर दी गल कहनी होवे तां भी बूंद दी वरतों करनी पैंदी है। हुण बूंद दी चर्चा नाल सागर वाल कोई इशारा नहीं जांदा, जा भी नहीं सकदा। कित्थे बूंद, कित्थे सागर, कित्थे अखर, कित्थे शून्य, कित्थे तुच्छ मनुख दी बुद्धि, अमाप विस्तार, आकाश ही आकाश, पताल ही पताल, जिहड़ा किते खत्म नहीं हुंदा। पर उन्हां दा लेखा जोखा भी बहुत छोटी जी बुद्धि 'ਚ बनना पैंदा है, क्योंकि आदमी बुद्धि दा आदी हो गया है। असीं जिहड़ी गल दे आदी हो जाने आ, उस तो बाहर जाना सब तो औखी गल है। सत्य दूर नहीं है, साडियां आदतां विघन पाउंदियां हन। सत्य बिल्कुल कोल है, हिरदे दी धड़कन नालों भी बहुत नेड़े, ਸਵਾਸਾਂ ਨਾਲੋਂ ਵੀ ਬਹੁਤਾ ਕੋਲ। ਤੁਹਾਡੇ ਕੋਲੋਂ ਵੀ ਪਰਮਾਤਮਾ ਬਹੁਤਾ ਤੁਹਾਡੇ ਨੇੜੇ ਹੈ। ਪਰ ਆਦਤਾਂ ਦਾ ਇੱਕ ਜਾਲ ਹੈ। ਆਦਤਾਂ ਵਿਚਾਲੇ ਖਲੋਤੀਆਂ ਹਨ। ਉਹਨਾਂ ਆਦਤਾਂ ਦੇ ਕਾਰਨ ਵੇਖਣਾ ਮੁਸ਼ਕਿਲ ਹੋ ਜਾਂਦਾ ਹੈ। ਆਦਤ ਹੀ ਤਾਂ ਤੁਹਾਡਾ ਮਨ ਹੈ। ਇਸ ਲਈ ਸਾਰਿਆਂ ਸੰਤਾਂ ਦੀ ਇੱਕੋ ਹੀ ਕੋਸ਼ਿਸ਼ ਹੈ, ਕਿਸੇ ਤਰ੍ਹਾਂ ਮਨ ਛੁੱਟ ਜਾਏ, ਕਿਸੇ ਤਰ੍ਹਾਂ ਤੁਸੀਂ ਉਨਮਨ ਹੋ ਜਾਓ, ਕਿਸੇ ਤਰ੍ਹਾਂ ਨੋ ਮਾਈਂਡ ਦੀ ਅਵਸਥਾ ਆ ਜਾਏ। ਜਿਵੇਂ ਹੀ ਮਨ ਛੁੱਟਿਆ ਤਿਵੇਂ ਹੀ ਕੰਢਾ ਛੁੱਟ ਗਿਆ। ਤੁਸੀਂ ਸਾਗਰ 'ਚ ਉਤਰ ਗਏ। ਹੋਰ ਦੂਜਾ ਕੋਈ ਰਾਹ ਨਹੀਂ ਹੈ ਸਾਗਰ ਨੂੰ ਜਾਣਨ ਦਾ। ਸਾਗਰ ਹੀ ਹੋਣਾ ਪਏਗਾ, ਉਸ ਤੋਂ ਘੱਟ 'ਚ ਕੰਮ ਨਹੀਂ ਚੱਲੇਗਾ। ਕੰਢੇ ਉੱਤੇ ਖੜੇ ਹੋ ਕੇ ਤੁਸੀਂ ਕਿੰਨੀ ਹੀ ਸਾਗਰ ਦੀ ਚਰਚਾ ਕਰੋ, ਤੁਸੀਂ ਕਿੰਨੇ ਹੀ ਸਾਗਰ ਦੀ ਚਰਚਾ ਕਰੋ, ਤੁਸੀਂ ਕਿੰਨੇ ਹੀ ਸਾਗਰ ਦੇ ਬਖਿਆਨ ਕਰੋ, ਸਭ ਵਿਅਰਥ ਹੈ। ਤੁਸੀਂ ਕੰਢੇ 'ਤੇ ਖਲੋਤੇ ਹੋ, ਇਹੀ ਦੱਸ ਰਿਹਾ ਹੈ ਕਿ ਤੁਹਾਡੀ ਪਛਾਣ ਸਾਗਰ ਨਾਲ ਨਹੀਂ ਹੋਈ, ਕਿਉਂਕਿ ਜਿਹਨੇ ਸਾਗਰ ਨੂੰ ਪਛਾਣ ਲਿਆ ਉਹ ਕਿਉਂ ਕੰਢੇ 'ਤੇ ਖਲੋਤਾ ਰਹੇਗਾ। ਜਿਹਨੂੰ ਉਸ ਅਨੰਤ ਦੀ ਪਛਾਣ ਆ ਗਈ ਉਹ ਕਿਉਂ ਰੁਕੇਗਾ ਕੰਢੇ 'ਤੇ। ਫਿਰ ਉਹਨੂੰ ਕਿਹੜੀ ਸ਼ਕਤੀ ਕੰਢੇ 'ਤੇ ਰੋਕ ਸਕੇਗੀ। ਅਨੰਤ ਦਾ ਖਿਚਾਓ ਉਹਨੂੰ ਖਿੱਚ ਲਏਗਾ। ਉਸ ਕੋਲੋਂ ਵੱਡੀ ਕੋਈ ਚੁੰਬਕ ਸ਼ਕਤੀ ਨਹੀਂ ਹੈ। ਫਿਰ ਸਾਰੇ ਆਕਰਸ਼ਣ ਟੁੱਟ ਜਾਣਗੇ, ਅਨੰਤ ਉਹਨੂੰ ਖਿੱਚ ਲਏਗਾ। ਪਰ ਅਸੀਂ ਚਰਚਾ ਕਰ ਰਹੇ ਹਾਂ ਘਰਾਂ ਦੇ ਅੰਦਰ ਬੰਦ, ਖੁੱਲ੍ਹੇ ਆਕਾਸ਼ ਦੀ ਗੱਲ ਕਰ ਰਹੇ ਹਾਂ, ਆਪਣੇ ਆਪਣੇ ਪਿੰਜਰਿਆਂ 'ਚ ਬੰਦ ਸੁਤੰਤਰਤਾ ਦੀ ਚਰਚਾ ਕਰ ਰਹੇ ਹਾਂ, ਆਪਣੇ ਆਪਣੇ ਸ਼ਬਦਾਂ 'ਚ ਬੰਦ ਨਿਰਾਕਾਰ ਦਾ ਬਖਿਆਨ ਕਰ ਰਹੇ ਹਾਂ। ਨਾਨਕ ਦੇ ਸੂਤਰ ਬਹੁਤ ਕੀਮਤੀ ਹਨ, ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਕਹਿੰਦੇ ਹਨ ਨਾਨਕ, ਪਾਤਾਲਾ ਪਾਤਾਲ, ਲੱਖ ਆਗਾਸਾ ਆਗਾਸ, ਆਕਾਸ਼ ਹੀ ਆਕਾਸ਼ ਹੈ। ਇੱਕ ਹੀ ਆਕਾਸ਼ ਅਨੰਤ ਹੋ ਜਾਂਦਾ ਹੈ, ਕਿਉਂਕਿ ਆਕਾਸ਼ ਦੀ ਕੋਈ ਹੱਦ ਤਾਂ ਹੈ ਨਹੀਂ। ਇੱਕ ਹੀ ਆਕਾਸ਼ ਅਸੀਮ ਹੈ। ਤੇ ਨਾਨਕ ਕਹਿੰਦੇ ਹਨ ਆਕਾਸ਼ ਹੀ ਆਕਾਸ਼,
ਅਨੰਤਾਨੰਤ। ਇੱਕ ਹੀ ਅਸੀਮ ਨਹੀਂ ਹੈ, ਇੱਕ ਹੀ ਅਨੰਤ ਨਹੀਂ ਹੈ, ਅਨੰਤ ਅਨੰਤ ਹੈ। ਆਕਾਸ਼ ਹੀ ਆਕਾਸ਼ ਹੈ। ਜਿੱਥੇ ਵੀ ਤੁਸੀਂ ਜਾਓ ਉੱਥੇ ਤੁਸੀਂ ਅਸੀਮ ਨੂੰ ਪਾਓਗੇ। ਜਿਹੜੀ ਵੀ ਦਿਸ਼ਾ 'ਚ ਵਗੋ ਉੱਥੇ ਹੀ ਅਸੀਮ ਨੂੰ ਪਾਓਗੇ। ਜੋ ਵੀ ਤੁਸੀਂ ਛੂਹੋਗੇ ਉਹੀ ਅਸੀਮ ਹੈ, ਸਾਰੇ ਪਾਸੇ ਅਸੀਮ ਹੈ। ਇਸ ਅਸੀਮ ਦੇ ਵਿਚਕਾਰ ਤੁਸੀਂ ਸ਼ਬਦਾਂ ਦੇ ਛੋਟੇ ਛੋਟੇ ਪਿੰਜਰੇ ਲੈ ਕੇ ਪਰਮਾਤਮਾ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਉਹਨੂੰ ਕਿਤਾਬਾਂ 'ਚ ਬੰਦ ਕਰ ਰਹੇ ਹੋ। ਤੁਸੀਂ ਉਹਨੂੰ ਵੇਦ ਤੇ ਕੁਰਾਨ 'ਚ ਲਿਖਣ ਦੀ ਕੋਸ਼ਿਸ਼ ਕਰ ਰਹੇ ਹੋ। ਇਵੇਂ ਹੀ ਹੈ ਜਿਵੇਂ ਕੋਈ ਮੁੱਠੀ 'ਚ ਆਕਾਸ਼ ਨੂੰ ਬੰਦ ਕਰ ਲੈਣਾ ਚਾਹੇ। ਬੜੇ ਮਜ਼ੇ ਦੀ ਗੱਲ ਇਹ ਹੈ ਕਿ ਜਦ ਮੁੱਠੀ ਖੁੱਲ੍ਹੀ ਹੁੰਦੀ ਹੈ ਤੇ ਆਕਾਸ਼ ਹੁੰਦਾ ਹੈ, ਜਦ ਮੁੱਠੀ ਬੰਦ ਹੁੰਦੀ ਹੈ ਤਦ ਜੋ ਹੁੰਦਾ ਉਹ ਵੀ ਨਿਕਲ ਜਾਂਦਾ ਹੈ। ਖੁੱਲ੍ਹੀ ਮੁੱਠੀ 'ਚ ਤਾਂ ਆਕਾਸ਼ ਹੁੰਦਾ ਹੈ, ਕਿਉਂਕਿ ਖੁੱਲ੍ਹੀ ਮੁੱਠੀ ਆਕਾਸ਼ ਵਿੱਚ ਹੁੰਦੀ ਹੈ। ਪਰ ਜਿੰਨੀ ਘੁੱਟ ਕੇ ਤੁਸੀਂ ਮੁੱਠੀ ਬੰਦ ਕਰਦੇ ਹੋ ਓਨਾ ਹੀ ਆਕਾਸ਼ ਮੁੱਠੀ ਤੋਂ ਬਾਹਰ ਹੋ ਜਾਂਦਾ ਹੈ। ਬਿਲਕੁਲ ਬੰਦ ਮੁੱਠੀ 'ਚ ਕੋਈ ਆਕਾਸ਼ ਨਹੀਂ ਹੁੰਦਾ, ਮੁੱਠੀ ਰਹਿ ਜਾਂਦੀ ਹੈ। ਸ਼ਬਦਾਂ ਦੀ ਵੀ ਅਜਿਹੀ ਵਰਤੋਂ ਕਰਨਾ ਜਿਹੜੀਆਂ ਖੁੱਲ੍ਹੀਆਂ ਮੁੱਠੀਆਂ ਵਰਗੀ ਹੋਵੇ। ਬੰਦ ਮੁੱਠੀਆਂ ਵਰਗੇ ਸ਼ਬਦਾਂ ਦੀ ਵਰਤੋਂ ਕਦੇ ਨਾ ਕਰਨਾ। ਪਰ ਖੁੱਲ੍ਹੀ ਮੁੱਠੀ ਵਰਗੇ ਜਿਹੜੇ ਸ਼ਬਦ ਹਨ ਉਹ ਤਰਕ ਦੇ ਲਾਇਕ ਨਹੀਂ ਰਹਿ ਜਾਂਦੇ। ਜਿੰਨਾ ਤਰਕ ਦੇ ਲਾਇਕ ਸ਼ਬਦ ਨੂੰ ਬਣਾਉਣਾ ਹੋਵੇ ਉਹਨਾਂ ਉਹਨੂੰ ਬੰਦ ਕਰਨਾ ਪੈਂਦਾ ਹੈ। ਪਰਿਭਾਸ਼ਤ, ਸੀਮਤ, ਉਹਦੀ ਪਰਿਭਾਸ਼ਾ ਬਣਾਉਣੀ ਪੈਂਦੀ ਹੈ। ਜਦ ਵੀ ਕਿਸੇ ਚੀਜ਼ ਦੀ ਪਰਿਭਾਸ਼ਾ ਬਣਦੀ ਹੈ ਉਹ ਸੀਮਤ ਹੋ ਜਾਂਦਾ ਹੈ। ਉਹਦੇ ਚਾਰੇ ਪਾਸੇ ਇੱਕ ਦੀਵਾਰ ਖੜੀ ਹੋ ਜਾਂਦੀ ਹੈ। ਜਿੰਨਾ ਤਰਕ ਭਰਿਆ ਸ਼ਬਦ ਹੋਏਗਾ ਓਨਾ ਹੀ ਪਰਮਾਤਮਾ ਨੂੰ ਜਤਾਉਣ ਵਿੱਚ ਅਸਮਰਥ ਹੋ ਜਾਏਗਾ, ਮੁੱਠੀ ਵੱਜ ਜਾਏਗੀ। ਜਿੰਨਾ ਤਰਕ ਭਰਿਆ ਸ਼ਬਦ ਹੋਏਗਾ ਓਨਾ ਕਹਿੰਦਾ ਤਾਂ ਮਾਲੂਮ ਪਏਗਾ, ਪਰ ਕਹੇਗਾ ਕੁਛ ਵੀ ਨਹੀਂ, ਸੰਗੀ ਕੁੱਟੀ ਗਈ। ਜਿੰਨਾ ਬੇਤਰਕਾ ਸ਼ਬਦ ਹੋਏਗਾ ਓਨਾ ਘੱਟ ਕਹਿੰਦਾ ਜਾਪੇਗਾ, ਪਰ ਕਹੇਗਾ। ਇਸ ਫਰਕ ਨੂੰ ਚੇਤੇ ਰੱਖ ਲੈਣਾ। ਨਾਨਕ ਦੇ ਸ਼ਬਦ ਕਿਸੇ ਤਰਕ ਸ਼ਾਸਤਰੀ ਦੇ ਸ਼ਬਦ ਨਹੀਂ ਹਨ। ਉਹ ਇੱਕ ਕਵੀ ਦੇ ਸ਼ਬਦ, ਇੱਕ ਗੀਤਕਾਰ ਦੇ ਸ਼ਬਦ ਹਨ, ਇੱਕ ਸੁੰਦਰਤਾ ਪ੍ਰੇਮੀ ਦੇ ਸ਼ਬਦ ਹਨ। ਇਹਨਾਂ ਸ਼ਬਦਾਂ ਨਾਲ ਨਾਨਕ ਕੋਈ ਪਰਮਾਤਮਾ ਦੀ ਪਰਿਭਾਸ਼ਾ ਨਹੀਂ ਦੇ ਰਹੇ। ਇਹ ਖੁੱਲ੍ਹੀ ਮੁੱਠੀ ਦੇ ਵਾਂਗ ਹਨ। ਇਹਨਾਂ ਸ਼ਬਦਾਂ ਨਾਲ ਇਸ਼ਾਰਾ ਕਰ ਰਹੇ ਹਨ। ਇਹ ਸ਼ਬਦ ਕੁਝ ਕਹਿ ਨਹੀਂ ਰਹੇ, ਪਰ ਜਿਹੜਾ ਕਿਹਾ ਨਹੀਂ ਜਾ ਸਕਦਾ ਉਹਦੇ ਵੱਲ ਸਿਰਫ ਇਸ਼ਾਰਾ ਕਰ ਰਹੇ ਹਨ। ਤੁਸੀਂ ਸ਼ਬਦਾਂ ਨੂੰ ਨਾ ਫੜ ਲੈਣਾ, ਨਹੀਂ ਤਾਂ ਭੁੱਲ ਹੋ ਜਾਏਗੀ। ਜਿਵੇਂ ਮੈਂ ਚੰਨ ਨੂੰ ਉਂਗਲੀ ਨਾਲ ਵਿਖਾਵਾਂ ਤੇ ਤੁਸੀਂ ਮੇਰੀ ਉਂਗਲੀ ਹੀ ਫੜ ਲਓ ਤਾਂ ਤੁਸੀਂ ਚੰਨ ਨੂੰ ਕਿਵੇਂ ਵੇਖ ਪਾਓਗੇ? ਉਂਗਲੀ ਦਾ ਤਾਂ ਕੋਈ ਅਰਥ ਨਹੀਂ ਸੀ। ਉਹ ਤਾਂ ਸਿਰਫ ਚੰਨ ਵੱਲ ਇਸ਼ਾਰਾ ਕਰਦੀ ਸੀ। ਉਂਗਲੀ ਨੂੰ ਤਾਂ ਛੱਡ ਦੇਣਾ ਹੈ, ਚੰਨ ਨੂੰ ਵੇਖਣਾ ਹੈ, ਪਰ ਲੋਕਾਂ ਨੇ ਉਂਗਲੀਆਂ ਫੜੀਆਂ ਹੁੰਦੀਆਂ। ਇਸ ਲਈ ਤਾਂ ਕਿਤਾਬਾਂ ਦੀ ਪੂਜਾ ਸ਼ੁਰੂ ਹੋ ਜਾਂਦੀ ਹੈ। ਕੋਈ ਵੇਦ ਨੂੰ ਪੂਜਦਾ ਹੈ, ਕੋਈ ਕੁਰਾਨ ਨੂੰ, ਕੋਈ ਗ੍ਰੰਥ ਨੂੰ ਪੂਜਦਾ ਹੈ। ਪੂਜਾ ਕਿਤਾਬ ਦੀ ਸ਼ੁਰੂ ਹੋ ਜਾਂਦੀ ਹੈ। ਲੋਕ ਉਂਗਲੀ ਨੂੰ ਫੜ ਲੈਂਦੇ ਆ ਤੇ ਜਿਸ ਪਾਸੇ ਇਸ਼ਾਰਾ ਸੀ ਉਸ ਪਾਸੇ ਅੱਖ ਉੱਠਦੀ ਨਹੀਂ। ਜਿੰਨੀ ਜ਼ੋਰ ਨਾਲ ਕਿਤਾਬ ਨੂੰ ਫੜ ਲਓਗੇ ਓਨਾ ਹੀ ਤੁਸੀਂ ਸੱਤਿਆ ਤੋਂ ਦੂਰ ਹੋ ਜਾਓਗੇ। ਮੁੱਠੀ ਵੱਜ ਗਈ। ਸ਼ਬਦ ਬਹੁਤ ਮਹੱਤਵਪੂਰਨ ਹੋ ਗਿਆ। ਸ਼ਬਦ ਦੀ ਕੋਈ ਮਹਾਨਤਾ ਨਹੀਂ ਹੈ, ਮਹਾਨਤਾ ਤਾਂ ਨਿਸ਼ਬਦ ਦੀ ਹੈ, ਕਿਉਂਕਿ ਨਿਸ਼ਬਦ ਨਾਲ ਹੀ ਪਤਾ ਲੱਗ ਸਕਦਾ ਹੈ। ਪਾਤਾਲਾ ਪਾਤਾਲ, ਲੱਖ ਆਗਾਸ ਆਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿ ਨਿਕਵਾਤ। ਤੇ ਸਾਰੇ ਵੇਦ ਸਿਰਫ ਇੱਕ ਹੀ ਗੱਲ ਕਹਿੰਦੇ ਹਨ ਕਿ ਲੱਖਾਂ ਲੱਭ ਲੱਭ ਕੇ ਥੱਕ ਗਏ ਪਰ ਲੱਭ ਨਹੀਂ ਸਕੇ। ਸਾਰੇ ਵੇਦ ਇੱਕ ਹੀ ਗੱਲ ਕਹਿੰਦੇ ਹਨ ਤੇ ਉਹ ਗੱਲ ਹੈ ਕਿ ਮਨੁੱਖ ਅਸਮਰਥ ਹੈ। ਸਾਰੇ ਵੇਦ ਇੱਕ ਹੀ ਗੱਲ ਕਹਿੰਦੇ ਹੈ ਕਿ ਜੇਕਰ ਬੁੱਧੀ ਨਾਲ ਲੱਭਿਆ ਤਾਂ ਕਦੇ ਵੀ ਉਹ ਲੱਭਿਆ ਨਹੀਂ ਗਿਆ। ਲੱਭਣ ਵਾਲੇ ਹੀ ਗਵਾਚ ਗਏ। ਉਹ ਨਹੀਂ ਮਿਲਿਆ, ਉਹਦੀ ਕੋਈ ਥਾਂ ਨਹੀਂ ਮਿਲੀ। ਜਿਹੜੇ ਥਾਂ ਲੈਣ ਗਏ ਉਹ ਪਿਘਲ ਗਏ, ਵਿਲੀਨ ਹੋ ਗਏ। ਖੋਜੀ ਤਾਂ ਮਿਟ ਗਏ, ਲੇਕਿਨ ਜਿਹਨੂੰ ਲੱਭਣ ਨਿਕਲੇ ਸੀ ਉਹਦੀ ਕੋਈ ਥਾਂ ਨਹੀਂ ਮਿਲੀ। ਸਾਰੇ ਵੇਦ ਮਨੁੱਖ ਦੀ ਬੁੱਧੀ ਦੀ ਹੈਸੀਅਤ ਤੋਂ ਪਰੇ ਦੀ ਕਹਾਣੀ ਹਨ। ਸਾਰੇ ਧਰਮ ਸ਼ਾਸਤਰ ਇੱਕ ਸੰਬੰਧ 'ਚ ਰਾਜੀ ਹਨ ਕਿ ਆਦਮੀ ਕੁਝ ਵੀ ਕਰੇ, ਉਹਦੇ ਕਰਨ ਦਾ ਜਾਲ ਇੰਨਾ ਨਿੱਕਾ ਹੈ ਕਿ ਉਸ ਕੀਤੇ ਦੇ ਜਾਲ 'ਚ ਪਰਮਾਤਮਾ ਫੜਿਆ ਨਹੀਂ ਜਾ ਸਕਦਾ। ਤੇ ਜਿੰਨਾ ਵੀ ਤੁਸੀਂ ਫੜਨ ਦੀ ਕੋਸ਼ਿਸ਼ ਕਰਦੇ ਹੋ ਓਨਾ ਹੀ ਤੁਸੀਂ ਪਾਉਂਦੇ ਹੋ, ਮੁੱਠੀ ਖਾਲੀ ਰਹਿ ਗਈ। ਪਰਮਾਤਮਾ ਨੂੰ ਪਾਉਣ ਦੇ ਢੰਗ ਵੱਖਰੇ ਹਨ। ਉੱਥੇ ਤੁਹਾਡੀ ਪਕੜ ਨਾਲ ਕੰਮ ਨਹੀਂ ਚੱਲੇਗਾ। ਉੱਥੇ ਸਾਰੀ ਪਕੜ ਛੱਡ ਦੇਣੀ ਪਏਗੀ। ਉੱਥੇ ਤੁਹਾਡੇ ਸੋਚ ਵਿਚਾਰ ਨਾਲ ਰਾਹ ਨਹੀਂ ਮਿਲੇਗਾ। ਉੱਥੇ ਤਾਂ ਸਾਰੀ ਸੋਚ ਵਿਚਾਰ ਛੱਡ ਦੇਣੀ ਪਏਗੀ। ਉਸ ਰਾਹ ਉੱਤੇ ਤੁਹਾਡੇ ਤਰਕ ਕੰਮ ਨਹੀਂ ਆਉਣਗੇ। ਉਹੀ ਤਾਂ ਰੁਕਾਵਟਾਂ ਹਨ। ਉੱਥੇ ਬੁੱਧੀ ਪੌੜੀ ਨਹੀਂ ਬਣੇਗੀ।
ਉਹੀ ਦੀਵਾਰ ਹੈ। ਜਿੰਨਾ ਤੁਸੀਂ ਆਪਣੀ ਬੁੱਧੀ 'ਤੇ ਭਰੋਸਾ ਰੱਖੋਗੇ ਓਨਾ ਹੀ ਤੁਸੀਂ ਪਾਓਗੇ ਕਿ ਤੁਸੀਂ ਭਟਕਦੇ ਹੋ। ਉੱਥੇ ਤਾਂ ਸਾਰਾ ਭਰੋਸਾ ਉਸ ਉੱਤੇ ਛੱਡ ਦੇਣਾ ਹੈ। ਬੁੱਧੀ ਉੱਤੇ ਭਰੋਸਾ ਵੀ ਹੰਕਾਰ ਹੈ। ਬੁੱਧੀ ਉੱਤੇ ਭਰੋਸੇ ਦਾ ਅਰਥ ਹੈ ਮੈਂ ਲੱਭ ਲਵਾਂਗਾ, ਕਿਉਂਕਿ ਕਦੇ ਤੁਸੀਂ ਸੋਚਿਆ ਕਿ ਤੁਸੀਂ ਜਿਹਨੂੰ ਲੱਭ ਲਓਗੇ ਉਹ ਤੁਹਾਡੇ ਤੋਂ ਛੋਟਾ ਹੋ ਜਾਏਗਾ ਜਾਂ ਨਹੀਂ? ਜਿਹਨੂੰ ਮੈਂ ਲੱਭ ਲਵਾਂਗਾ ਉਹ ਮੇਰੇ ਕੋਲੋਂ ਛੋਟਾ ਹੋ ਜਾਏਗਾ। ਜਿਹਨੂੰ ਮੈਂ ਪਾ ਲਵਾਂਗਾ ਉਹ ਮੇਰੇ ਨਾਲੋਂ ਛੋਟਾ ਹੋ ਜਾਏਗਾ। ਜਿਹੜਾ ਮੇਰੀ ਮੁੱਠੀ 'ਚ ਆ ਜਾਏਗਾ ਉਹ ਮੇਰੇ ਨਾਲੋਂ ਛੋਟਾ ਹੋ ਜਾਏਗਾ। ਪਰਮਾਤਮਾ ਨੂੰ ਤੁਸੀਂ ਕਿਵੇਂ ਪਾ ਸਕੋਗੇ? ਜੇਕਰ ਤੁਸੀਂ ਪਾ ਲਿਆ ਤਾਂ ਉਹ ਪਰਮਾਤਮਾ ਹੀ ਨਹੀਂ ਰਹੇਗਾ। ਫਿਰ ਪਰਮਾਤਮਾ ਨੂੰ ਕਿਵੇਂ ਪਾਈਏ? ਉਹਨੂੰ ਪਾਉਣ ਦਾ ਢੰਗ ਬਹੁਤ ਉਲਟਾ ਹੋਏਗਾ। ਜਿਹੜਾ ਆਦਮੀ ਆਪਣੇ ਆਪ ਨੂੰ ਗੁਆਉਣ ਨੂੰ ਰਾਜੀ ਹੈ ਉਹੀ ਉਹਨੂੰ ਪਾਉਂਦਾ ਹੈ, ਕਿਉਂਕਿ ਉਹਨੂੰ ਪਾਉਣ ਦਾ ਇੱਕੋ ਹੀ ਰਾਹ ਹੁੰਦਾ ਹੈ, ਅਤੇ ਉਹ ਹੈ ਕਿ ਤੁਸੀਂ ਉਹਦੀ ਮੁੱਠੀ 'ਚ ਹੋ ਜਾਓ। ਸਾਡੀ ਕੋਸ਼ਿਸ਼ ਹੈ ਕਿ ਉਹ ਸਾਡੀ ਮੁੱਠੀ 'ਚ ਹੋ ਜਾਏ, ਅਸੀਂ ਉਹਨੂੰ ਵੀ ਬੰਨ੍ਹ ਕੇ ਘਰ ਲੈ ਜਾਈਏ ਅਤੇ ਅਸੀਂ ਲੋਕਾਂ ਨੂੰ ਵਿਖਾ ਸਕੀਏ ਕਿ ਵੇਖੋ ਅਸੀਂ ਪਰਮਾਤਮਾ ਨੂੰ ਵੀ ਪਾ ਲਿਆ ਹੈ। ਇਹ ਕੋਸ਼ਿਸ਼ ਅਸਫਲ ਹੋਣ ਹੀ ਵਾਲੀ ਹੈ, ਕਿਉਂਕਿ ਵਿਰਾਟ ਨੂੰ ਬੰਨ੍ਹ ਕੇ ਘਰ ਨਹੀਂ ਲਿਆਇਆ ਜਾ ਸਕਦਾ। ਆਕਾਸ਼ ਨੂੰ ਪੋਟਲੀ 'ਚ ਬੰਨ੍ਹ ਕੇ ਨਹੀਂ ਲਿਆਇਆ ਜਾ ਸਕਦਾ। ਪੋਟਲੀਆਂ ਘਰ ਆ ਜਾਣਗੀਆਂ, ਆਕਾਸ਼ ਨਹੀਂ ਆਏਗਾ। ਉਹਨੂੰ ਪਾਉਣ ਦਾ ਰਾਹ ਤਾਂ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਉਹਦੀ ਮੁੱਠੀ 'ਚ ਛੱਡ ਦਿਓ। ਇਸ ਲਈ ਤਾਂ ਨਾਨਕ ਬਾਰ-ਬਾਰ ਕਹਿੰਦੇ ਹਨ ਕਿ 1000 ਵਾਰ ਤੇਰੇ ਤੋਂ ਵਾਰਿਆ ਜਾਵਾਂ ਤਾਂ ਵੀ ਘੱਟ ਹੈ। ਜੋ ਤੇਰੀ ਮਰਜ਼ੀ ਉਹੀ ਸ਼ੁਭ ਹੈ, ਜੋ ਤੂੰ ਕਰਾਏ ਉਹੀ ਰਾਹ ਹੈ, ਅਤੇ ਜੋ ਤੂੰ ਦੱਸ ਦੇਵੇਂ ਉਹੀ ਸੱਤਿਆ ਹੈ। ਇਸ ਸਾਰੇ ਕਥਨ ਦਾ ਇੱਕ ਹੀ ਅਰਥ ਹੈ ਕਿ ਮੈਂ ਆਪਣੇ ਆਪ ਨੂੰ ਹਟਾਉਂਦਾ ਹਾਂ। ਮੈਂ ਆਪਣੇ ਆਪ ਨੂੰ ਤੇਰੇ ਉੱਤੇ ਨਹੀਂ ਥੋਪਾਂਗਾ। ਮੇਰੀ ਕੋਈ ਮਰਜ਼ੀ ਨਹੀਂ ਹੈ, ਨਾ ਮੇਰਾ ਕੋਈ ਨਿਸ਼ਾਨਾ ਹੈ, ਨਾ ਮੇਰਾ ਕੋਈ ਪ੍ਰਯੋਜਨ ਹੈ। ਮੈਂ ਤੇਰੇ 'ਚ ਹੀ ਵਗਾਂਗਾ। ਇਸ ਲਈ ਸ਼ਰਧਾ ਕੀਮਤੀ ਹੈ ਅਤੇ ਤਰਕ ਖਤਰਨਾਕ ਹੈ। ਤਰਕ ਦਾ ਅਰਥ ਹੈ ਫੈਸਲਾ ਲੈਣ ਵਾਲਾ ਮੈਂ ਹਾਂ। ਤਰਕ ਦਾ ਅਰਥ ਹੈ ਜੱਜ ਮੈਂ ਹਾਂ। ਸ਼ਰਧਾ ਦਾ ਅਰਥ ਹੈ ਫੈਸਲਾ ਕਰਨ ਵਾਲਾ ਤੂੰ ਹੈ। ਲੱਖਾਂ ਪਤਾਲ ਹਨ, ਲੱਖਾਂ ਆਕਾਸ਼ ਹਨ। ਉਹਦੇ ਅੰਤ ਦੀ ਭਾਲ ਕਰਦੇ ਕਰਦੇ ਅਨੇਕਾਂ ਥੱਕ ਗਏ। ਵੇਦ ਇਹੀ ਗੱਲ ਕਹਿੰਦੇ ਹਨ। ਧੰਨਵਾਦ।